ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਤਾਜ਼ਾ ਕਹਾਣੀ ਇਹ ਵੇ ਕਿ ਦੁਬਈ ਦੇ ਵਿੱਚ ਜਿਹੜੇ ਪਾਕਿਸਤਾਨੀਆਂ ਦੀ ਪ੍ਰਾਪਰਟੀ ਸਾਹਮਣੇ ਆਈ, ਉਹਦੀ ਕੀਮਤ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ। 11 ਅਰਬ ਡਾਲਰ। ਔਰ ਮੈਂ ਦੁਬਈ 'ਚ ਕਈ ਦਫਾ ਗਿਆ ਵਾਂ, ਉੱਥੋਂ ਦੇ ਲੋਕਾਂ ਨੂੰ ਮਿਲਿਆ ਜਿਹੜੇ ਉੱਥੇ ਪਾਕਿਸਤਾਨੀ ਆਬਾਦ ਨੇ ਜਾਂ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਮਿਲਿਆ। ਅਤੇ ਉਹ ਪਾਕਿਸਤਾਨੀ ਆਮ ਤੌਰ 'ਤੇ ਮਜ਼ਦੂਰ ਨੇ। 14 ਲੱਖ ਪਾਕਿਸਤਾਨੀ ਨੇ ਉੱਥੇ, ਕੁਝ ਕਾਰੋਬਾਰੀ ਬੰਦੇ ਨੇ। ਲੇਕਿਨ ਇਹ ਜਿਹੜੇ ਨਾਂ ਸਾਹਮਣੇ ਆਏ ਨੇ, ਇਹ ਨਾ ਤਾਂ ਕਾਰੋਬਾਰੀ ਬੰਦੇ ਨੇ ਅਤੇ ਨਾ ਹੀ ਮਜ਼ਦੂਰ ਨੇ। ਇਹ ਉਹ ਲੋਕ ਨੇ ਜਿਹੜੇ ਪਾਕਿਸਤਾਨ ਦੇ ਸਦਰ ਰਹੇ ਨੇ, ਜਿਹੜੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਰਹੇ ਨੇ, ਜਿਹੜੇ ਪਾਕਿਸਤਾਨ ਦੇ ਵਜ਼ੀਰ ਰਹੇ ਨੇ ਜਾਂ ਹੈਗੇ ਨੇ, ਜਾਂ ਫਿਰ ਨੁਮਾਇਆ ਸਿਆਸਤਦਾਨ ਹੈਗੇ ਨੇ, ਔਰ ਪਾਕਿਸਤਾਨ ਦੇ ਫੌਜੀ ਅਫਸਰ ਰਹੇ ਨੇ ਵੱਡੇ, ਪਾਕਿਸਤਾਨ ਦੇ ਬਿਊਰੋਕਰੇਟ ਰਹੇ ਨੇ। ਇਹ ਉਹ ਲੋਕ ਨੇ ਜਿਨ੍ਹਾਂ ਦੀ 11 ਅਰਬ ਡਾਲਰ ਦੀ ਪ੍ਰਾਪਰਟੀ ਅਸੀਂ ਵੇਖਣ ਡੇ ਹਾਂ ਕਿ ਦੁਬਈ ਦੇ ਵਿੱਚ। ਇਹ ਪ੍ਰਾਪਰਟੀ ਦੇ ਨਾਲ ਕਈ ਤਰ੍ਹਾਂ ਦੀ ਬਹਿਸ ਸ਼ੁਰੂ ਹੋ ਗਈ। ਉਹ ਬਹਿਸ ਦੇ ਕੁਝ ਸਵਾਲ ਨੇ ਜਿਹੜੇ ਅਸੀਂ ਡਿਸਕਸ ਕਰ ਲੈਂਦੇ ਹਾਂ ਇੱਥੇ। ਇੱਕ ਸਵਾਲ ਇਹ ਵੇ ਕਿ ਮੁਲਕ ਦੇ ਵਿੱਚੋਂ ਪੈਸਾ ਜਾਂਦਾ ਕਿਉਂ? ਅਤੇ ਮੈਂ ਇਹਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਆਮ ਤੌਰ 'ਤੇ ਇਹੀ ਗੱਲ ਸਾਹਮਣੇ ਆਉਂਦੀ ਕਿ ਜਦੋਂ ਕੋਈ ਬੰਦਾ ਸਮਝਦਾ ਹੈ ਨਾ ਕਿ ਇਸ ਮੁਲਕ ਦੇ ਵਿੱਚ ਉਹਦਾ ਕੋਈ ਮੁਸਤਕਬਲ ਨਹੀਂ ਹੈਗਾ, ਅਤੇ ਉਦੋਂ ਉਹ ਆਪਣਾ ਬੋਰੀਆ ਬਿਸਤਰ ਬੰਨ੍ਹਦਾ ਹੈ ਅਤੇ ਦੂਸਰੇ ਕਿਸੇ ਮੁਲਕ ਚਲਾ ਜਾਂਦਾ। ਬਹੁਤ ਸਾਰੇ ਲੋਕ ਜਿਹੜੇ ਨੇ ਮਜ਼ਦੂਰੀ ਕਰਨ ਵੀ ਜਾਂਦੇ, ਕਈ ਐਸੇ ਨੇ ਆਪਣੇ ਖਾਨਦਾਨ ਨੂੰ ਲੈ ਜਾਂਦੇ ਨੇ ਜਿਹੜੇ ਉੱਥੇ ਰਹਿੰਦੇ ਨੇ। ਅਤੇ ਲੇਕਿਨ ਇਹ ਹੁਕਮਰਾਨ ਜਿਹੜੇ ਨੇ, ਜਿਹੜੇ ਸੈਟਅਪ ਇੱਥੇ ਕੋਈ ਵੀ ਹੋਵੇ, ਜਮਹੂਰੀ ਹੋਵੇ ਜਾਂ ਆਮਰਾਨਾ ਹੋਵੇ ਜਾਂ ਕੋਈ ਟੈਕਨੋਕਰੇਟ ਹੋਵੇ, ਨਿਗਰਾਨ ਹੋਵੇ, ਇਹ ਲੋਕ ਇੱਥੇ ਰਹਿੰਦੇ ਨੇ। ਲੇਕਿਨ ਇਹ ਬਾਹਰ ਇੰਨੀਆਂ ਕੀਮਤੀ ਪ੍ਰਾਪਰਟੀਆਂ ਕਿਉਂ ਬਣਾਉਂਦੇ ਨੇ? ਔਰ ਅਸੀਂ ਇਹ ਵੀ ਵੇਖਦੇ ਹਾਂ ਕਿ ਇਹ ਉੱਥੇ ਪੂਰੀ ਤਰ੍ਹਾਂ ਰਹਿੰਦੇ ਵੀ ਨਹੀਂ ਜ਼ਿਆਦਾ ਦੇਰ। ਫਿਰ ਪ੍ਰਾਪਰਟੀ ਦਾ ਕੀ ਮਤਲਬ? ਅਤੇ ਮੇਰਾ ਖਿਆਲ ਇਹ ਵੀ, ਮੈਂ ਤਜਜ਼ੀਆ ਕਰਨ ਦੀ ਕੋਸ਼ਿਸ਼ ਕੀਤੀ, ਜਾਣਨ ਦੀ ਕੋਸ਼ਿਸ਼, ਅਤੇ ਮੇਰੇ ਸਾਹਮਣੇ ਇਹੀ ਗੱਲ ਆਈ ਕਿ ਇਹ ਲੋਕ, ਇਹਨਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਚੋਰ ਬੈਠਾ ਹੈ ਕਿ ਅਸੀਂ ਇਸ ਮੁਲਕ ਦੇ ਨਾਲ ਜੋ ਕੁਝ ਕਰਨ ਡਏ ਹਾਂ ਨਾ, ਅੱਲਾ ਨਾ ਕਰੇ ਇਹ ਮੁਲਕ ਦਾ ਮੁਸਤਕਬਲ ਠੀਕ ਨਹੀਂ ਹੈਗਾ। ਅਤੇ ਇਹ ਮੁਲਕ ਦਾ ਮੁਸਤਕਬਲ ਜਦੋਂ ਵੀ ਕੋਈ ਬਹੁਤ ਖ਼ਰਾਬ ਹੋਵੇ ਜਾਂ ਤੇ ਹਾਲਾਤ ਮਖਦੂਸ ਹੋਣ, ਅਤੇ ਸਾਡੇ ਵਾਸਤੇ ਦੂਸਰੀ ਜਗ੍ਹਾ ਦੇ ਉੱਤੇ ਇੱਕ ਆਪਸ਼ਨ ਹੋਵੇ ਜਾਣ ਦਾ। ਇਹਨਾਂ ਲੋਕਾਂ ਨੇ ਦੁਬਈ ਜਾਂ ਲੰਡਨ ਨੂੰ ਆਪਣਾ ਉਹ ਆਪਸ਼ਨ ਰੱਖਿਆ। ਇਸੇ ਵਾਸਤੇ ਉੱਥੇ ਅਰਬਾਂ ਡਾਲਰ ਦੀ ਪ੍ਰਾਪਰਟੀਜ਼ ਬਣਾਈਆਂ ਹੋਈਆਂ ਨੇ ਇਹਨਾਂ ਲੋਕਾਂ ਨੇ। ਮੈਂ ਲਿਸਟ ਵੇਖਣ ਡਿਆ ਸਾਂ ਕਿਹੜੇ ਕਿਹੜੇ ਲੋਕ ਨੇ ਸਾਹਮਣੇ ਜਿਹੜੇ ਆਏ ਨੇ ਜਿਨ੍ਹਾਂ ਦੇ ਉੱਥੇ ਨਾਂ ਹੈਗੇ ਨੇ। ਅਖਬਾਰਾਂ ਸਾਰਿਆਂ 'ਚ ਛਪੀ, ਉਹਦੇ ਵਿੱਚ ਜਨਾਬ ਆਇਆ ਸਦਰ ਜ਼ਰਦਾਰੀ ਅਤੇ ਉਹਨਾਂ ਦੇ 3 ਬੱਚਿਆਂ ਦੇ ਨਾਂ 'ਤੇ ਉੱਥੇ ਪ੍ਰਾਪਰਟੀ। ਇੰਝ ਹੀ ਸਾਬਕ ਸਦਰ ਮਰਹੂਮ ਜਿਹੜੇ ਨੇ ਪਰਵੇਜ਼ ਮੁਸ਼ਰਫ, ਉਹਨਾਂ ਦੀ ਉੱਥੇ ਪ੍ਰਾਪਰਟੀ। ਫਿਰ ਜਨਾਬ ਸਾਬਕ ਵਜ਼ੀਰ ਆਜ਼ਮ ਸ਼ੌਕਤ ਅਜ਼ੀਜ਼ ਜਿਹੜੇ ਨੇ, ਉਹਨਾਂ ਦੀ ਉੱਥੇ ਪ੍ਰਾਪਰਟੀ ਦੁਬਈ ਦੇ ਵਿੱਚ। ਜਿਹੜੇ ਮੀਆਂ ਨਵਾਜ਼ ਸ਼ਰੀਫ ਨੇ, ਉਹਨਾਂ ਦੇ ਸਾਹਿਬਜ਼ਾਦੇ ਨੇ ਹੁਸੈਨ ਨਵਾਜ਼, ਉਹਨਾਂ ਦੀ ਉੱਥੇ ਪ੍ਰਾਪਰਟੀ ਦੁਬਈ ਦੇ ਵਿੱਚ ਜਿਹੜੀ ਸਾਹਮਣੇ ਆਈ। ਫਿਰ ਫੈਸਲ ਵਾਡਾ ਜਿਹੜੇ ਹੁਣ ਦੀ ਵੀ ਹਕੂਮਤ ਦਾ ਹਿੱਸਾ ਨੇ, ਆਜ਼ਾਦ ਇੱਕ ਮੈਂਬਰ ਦੇ ਤੌਰ 'ਤੇ ਸੈਨੇਟ ਦੇ ਵੀ ਵਿੱਚ ਬੈਠੇ ਨੇ। ਫਿਰ ਸ਼ਰਜੀਲ ਮੈਮਨ ਨੇ, ਸ਼ੇਰ ਅਫਜ਼ਲ ਮਰਵਤ ਨੇ, ਅਤੇ ਸ਼ੇਰ ਅਫਜ਼ਲ ਮਰਵਤ ਦਾ ਤਾਂ ਆਇਆ ਵੀ ਕਿ ਮੈਂ ਡਿਕਲੇਅਰ ਕੀਤਾ। ਇਸੇ ਤਰ੍ਹਾਂ ਫਰਾਹ ਗੋਗੀ ਹੁੰਦਾ। ਬਹੁਤ ਸਾਰੇ ਹੋਰ ਵੀ ਬੰਦਿਆਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਗੋਸ਼ਵਾਰੇ ਨੇ ਉਹਦੇ ਵਿੱਚ ਡਿਕਲੇਅਰ ਕੀਤੀਆਂ ਨੇ ਇਹ ਵਾਲੀਆਂ ਪ੍ਰਾਪਰਟੀਆਂ। ਮੋਹਸਿਨ ਨਕਵੀ ਸਾਹਿਬ ਜਿਹੜੇ ਨੇ, ਉਹਨਾਂ ਨੇ ਵੀ ਕਿਹਾ ਕਿ ਇਹ ਮੇਰੀ ਬੀਵੀ ਦੀ ਪ੍ਰਾਪਰਟੀ ਹੈ ਜਿਹੜੀ ਉਹਨਾਂ ਕਈ ਸਾਲ ਪਹਿਲੇ ਲਈ ਸੀ ਔਰ ਮੈਂ ਆਪਣੇ ਕਾਗਜ਼ਾਂ ਦੇ ਵਿੱਚ ਡਿਕਲੇਅਰ ਕੀਤਾ। ਹੋਰ ਵੀ ਕਈ ਬੰਦੇ ਜਿਹਦੀਆਂ ਗੱਲਾਂ ਕਰਨ ਡਏ। ਪਰ ਗੱਲ ਫਿਰ ਇਹੀ ਆਉਂਦੀ ਕਿ ਇਹ ਲੋਕ ਅਗਰ ਪਾਕਿਸਤਾਨ 'ਚ ਰਹਿ ਕੇ ਇੱਥੇ ਆਪਣਾ ਪੋਲੀਟੀਕਲ ਰੋਲ ਬਣਾਉਂਦੇ ਨੇ, ਪਾਕਿਸਤਾਨ ਦੇ ਮਾਮਲਾ 'ਚੋਂ ਪੈਸਾ ਬਣਾਉਂਦੇ ਨੇ, ਜਾਇਜ਼ ਜਾਂ ਨਾਜਾਇਜ਼ ਦੋਵੇਂ ਸ਼ਕਲਾਂ ਦੇ ਵਿੱਚ, ਅਤੇ ਫਿਰ ਇਹ ਐਡੀ ਭਾਰੀ ਰਕਮ ਬਾਹਰ ਕਿਉਂ ਲੈ ਕੇ ਗਏ? ਔਰ ਸਵਾਲ 2-3 ਹੋਰ ਵੀ ਨੇ। ਅਸੀਂ ਵੇਖਦੇ ਹਾਂ ਕਿ ਪਿਛਲੇ ਕੁਝ ਅਰਸੇ ਤੋਂ ਜਿਹੜੇ ਟਰੇਡਿੰਗ ਕਰਨ ਵਾਲੇ ਲੋਕ ਨੇ ਬੈਨ ਅਲ-ਅਕਾਮੀ, ਉਹਨਾਂ ਨੇ ਇੰਪੋਰਟ ਕਰਨ ਦੇ ਵਿੱਚ ਦੁਸ਼ਵਾਰੀ ਇਹ ਹੁੰਦੀ ਸੀ ਕਿ ਪੈਸੇ ਨਹੀਂ ਸੀ ਸਟੇਟ ਬੈਂਕ ਦਿੰਦਾ। ਸਟੇਟ ਬੈਂਕ ਕਹਿੰਦਾ ਸੀ ਕਿ ਜਨਾਬ ਇੰਨੇ ਡਾਲਰ ਮੈਂ ਤੁਹਾਨੂੰ ਦੇਵਾਂਗਾ, ਇਸ ਤੋਂ ਜ਼ਿਆਦਾ ਨਹੀਂ ਦੇ ਸਕਦਾ। ਅੱਛਾ, ਉਹਨਾਂ ਨੇ ਫਰਜ਼ ਕੀਤਾ ਕਿ ਉੱਥੋਂ ਬਾਹਰੋਂ ਕੋਈ ਚੀਜ਼ ਮੰਗਵਾਈ, ਖਾਮ ਮਾਲ ਮੰਗਵਾਇਆ, ਕੈਮੀਕਲ ਮੰਗਵਾ ਲਿਆ, ਅਤੇ ਕੈਮੀਕਲ ਦੀ ਪੇਮੈਂਟ ਉਹਨਾਂ ਨੇ ਕਰਨੀ 1 ਲੱਖ ਡਾਲਰ। ਇੱਕ ਮਿਸਾਲ ਹੈ। ਸਟੇਟ ਬੈਂਕ ਕਹਿੰਦਾ ਸੀ ਕਿ ਮੇਰੇ ਕੋਲ ਜਿਹੜੇ ਨੇ ਨਾ ਤੁਹਾਨੂੰ ਦੇਣ ਵਾਸਤੇ ਉਹ 20,000 ਡਾਲਰ ਤੋਂ ਜ਼ਿਆਦਾ ਨਹੀਂ ਹੈਗੇ। ਇਹ ਮਸਲਾ ਹੋ ਗਿਆ। ਅਤੇ ਉਹ ਨਹੀਂ ਜਨਾਬ ਦੇ ਰਹੇ।
ਹੁਣ ਇਹ ਲੋਕ ਜਿਹੜੇ ਸਾਰੇ ਨੇ ਜਿਨ੍ਹਾਂ ਦੇ ਮੈਂ ਨਾਂ ਲਏ, ਔਰ ਕੁਝ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦੇ ਨਾਂ ਨਹੀਂ ਲਏ ਜਾਂ ਸਾਡੇ ਸਾਹਮਣੇ ਹਾਲੇ ਫੌਰੀ ਤੌਰ 'ਤੇ ਨਹੀਂ ਹੈ, ਇਹਨਾਂ ਨੇ ਆਖਰ ਵੱਡੀਆਂ ਰਕਮਾਂ, ਉਹ ਕਰੋੜਾਂ ਅਰਬਾਂ ਦੇ ਵਿੱਚ ਨੇ, ਉਹ ਰਕਮਾਂ ਬਾਹਰ ਘੱਲਣ ਵਾਸਤੇ ਡਾਲਰ ਕਿਵੇਂ ਲਏ, ਔਰ ਉਹ ਡਾਲਰ ਇਹਨਾਂ ਨੇ ਕਮਾਏ ਕਿੱਥੋਂ ਦੱਸਣ। ਇਹ ਵੀ ਆਪਣੀ ਮਨੀ ਟ੍ਰੇਲ ਦੇ ਕਿ ਜਨਾਬ ਅਸੀਂ ਇੱਥੋਂ ਕਮਾਏ ਸੀ ਅਤੇ ਉਹ ਕਮਾਈ ਅਸੀਂ ਦੁਬਈ ਦੇ ਵਿੱਚ ਲਾ ਦਿੱਤੀ। ਮੈਂ ਯਕੀਨ ਨਾਲ ਕਹਿੰਦਾ ਵਾਂ ਇਹਦੇ ਵਿੱਚ 70% ਬੰਦੇ ਐਸੇ ਹੋਣਗੇ ਜਿਹੜੇ ਇਹ ਦੱਸ ਹੀ ਨਹੀਂ ਸਕਣਗੇ ਕਿ ਅਸੀਂ ਇਹ ਰਕਮ ਕਿੱਥੋਂ ਲਈ ਜਿਹਦੇ ਨਾਲ ਦੁਬਈ ਦੇ ਵਿੱਚ ਪ੍ਰਾਪਰਟੀਆਂ ਮਹਿੰਗੀਆਂ ਖਰੀਦੀਆਂ। ਫਿਰ ਜਨਾਬ ਇਹ ਇੱਕ ਸਵਾਲ ਹੋਰ ਉੱਠੇਗਾ ਇੱਥੇ ਕਿ ਉੱਥੇ 14 ਲੱਖ ਪਾਕਿਸਤਾਨੀ ਨੇ ਅਤੇ 28 ਲੱਖ ਹੈਗੇ ਨੇ ਇੰਡੀਅਨ ਟੋਟਲ ਲੋਕਾਂ ਦੀ ਜਿਹੜੀ ਉੱਥੇ ਪ੍ਰਾਪਰਟੀ ਹੈ, ਉੱਥੇ ਬੜੇ ਬੜੇ ਅਮੀਰ ਇੰਡੀਅਨ ਵੀ ਨੇ, ਔਰ ਜਨਰਲੀ ਜਿਹੜੇ ਕੰਮਕਾਰ ਕਰਨ ਵਾਲੇ ਲੋਕ ਨੇ ਉਹ ਵੀ ਪਾਕਿਸਤਾਨੀਆਂ ਨਾਲੋਂ ਜ਼ਿਆਦਾ ਆਮਦਨੀ ਉਹਨਾਂ ਦੀ, ਉਹ ਪਾਕਿਸਤਾਨੀਆਂ ਨਾਲ ਜ਼ਿਆਦਾ ਤਨਖਾਹਾਂ ਵਾਲੀ ਜਿਹੜੀ ਜੌਬ ਹੈ ਉਹ ਕਰ ਰਹੇ ਨੇ ਜਾਂ ਆਪਣੇ ਕਾਰੋਬਾਰ ਕਰਨ ਰਹੇ। ਉਹ 28 ਲੱਖ ਇੰਡੀਅਨ ਦੇ ਉੱਥੇ ਹੈਗੇ ਨੇ 17 ਅਰਬ ਡਾਲਰ ਦੀ ਪ੍ਰਾਪਰਟੀ, ਅਤੇ ਪਾਕਿਸਤਾਨੀ 14 ਲੱਖ ਨੇ। ਅਤੇ 14 ਲੱਖ ਦੇ ਵਿੱਚੋਂ ਵੀ ਮੈਂ ਤੁਹਾਨੂੰ ਦੱਸਿਆ ਕਿ ਅਕਸਰੀਅਤ ਵਿਚਾਰੇ ਗਰੀਬ ਜਾਂ ਮਜ਼ਦੂਰੀ ਕਰਨ ਵਾਲੇ ਜਾਂ ਗੁਜ਼ਾਰਾ ਕਰਨ ਵਾਲੇ ਸਫੇਦਪੋਸ਼, ਇਹ ਜਿਨ੍ਹਾਂ ਲੋਕਾਂ ਨੇ ਪ੍ਰਾਪਰਟੀ ਬਣਾਈ ਜਾਂ ਪ੍ਰਾਪਰਟੀ ਜਿਹੜੀ ਇਹ 11 ਅਰਬ ਡਾਲਰ ਦੀ ਬਣੀ ਹੈ ਨਾ, ਇਹ ਕੋਈ 10 20 50 ਲੋਕ ਹੀ ਨੇ। ਔਰ ਇਹ ਸਾਰੇ ਦੇ ਸਾਰੇ ਉਹ ਨੇ ਜਿਹੜੇ ਬਿਊਰੋਕਰੇਟ ਨੇ, ਜਿਹੜੇ ਫੌਜੀ ਅਫਸਰ ਨੇ, ਜਿਹੜੇ ਸਿਆਸਤਦਾਨ ਨੇ, ਜਿਹੜੇ ਹੁਕਮਰਾਨ ਨੇ, ਯਾਨੀ ਹੁਕਮਰਾਨ ਅਸ਼ਰਾਫੀਆ ਨੇ ਪਾਕਿਸਤਾਨ ਤੋਂ ਇੰਨੇ ਪੈਸੇ 11 ਅਰਬ ਡਾਲਰ ਲਿਜਾ ਕੇ ਅਤੇ ਉੱਥੇ ਇਨਵੈਸਟ ਕੀਤੇ ਨੇ। ਅਤੇ ਸਾਡੇ ਮੁਲਕ ਨੂੰ ਲੋੜ ਕੀ, ਅਸੀਂ ਅੱਜ ਵੀ ਜਿਸ ਵਕਤ ਇਹ ਗੱਲ ਤੁਹਾਡੇ ਨਾਲ ਕਰਨ ਡਏ ਅਤੇ ਅੱਜ ਵੀ ਸਾਨੂੰ ਲੋੜ ਪੈਸਿਆਂ ਦੀ ਹੈਗੀ, ਔਰ ਅਸੀਂ IMF ਦਾ ਵਫਦ ਇੱਥੇ ਪਾਕਿਸਤਾਨ ਆਇਆ ਹੋਇਆ, ਔਰ ਅਸੀਂ ਉਹਨੂੰ ਰਿਕੁਐਸਟ ਕਰਨ ਡਏ ਹਾਂ ਕਿ ਸਾਨੂੰ 7-8 ਅਰਬ ਡਾਲਰ ਦਾ ਕੋਈ ਨਵਾਂ ਕਰਜ਼ ਦੇ ਦੇ, ਕੋਈ ਜਿਹੜਾ 5 ਕੁ ਸਾਲ ਚੱਲਣ ਵਾਲਾ ਹੋਵੇ, ਅਤੇ ਫਿਰ ਉਹ ਕਰਜ਼ ਦੇ ਨਾਲ ਅਸੀਂ ਜਿਹੜਾ ਤੁਹਾਨੂੰ ਕਰਜ਼ ਪਹਿਲੇ ਦੇਣਾ ਉਹਦੀ ਅਦਾਇਗੀ ਹੋ ਸਕੇਗੀ, ਬੈਲੈਂਸ ਆਫ ਪੇਮੈਂਟ ਹੋ ਸਕੇਗਾ ਸਾਡਾ, ਔਰ ਟ੍ਰੇਡ ਖਸਾਰੇ ਜਿਹੜੇ ਨੇ ਅਸੀਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦੇ ਵਾਸਤੇ ਸਾਨੂੰ ਦੱਸੋ ਅਸੀਂ ਕੀ ਕਰਾਂਗੇ। ਅਤੇ ਉਹ ਕਹਿੰਦੇ ਪਏ ਨੇ ਕਿ ਤੁਸੀਂ ਇਹ ਚੀਜ਼ਾਂ 'ਤੇ ਟੈਕਸ ਲਾਓ, ਇੰਝ ਕਰੋ। ਅੱਛਾ, ਸਾਡੀ ਜ਼ਿੰਦਗੀ ਯਾਨੀ ਔਖੀ ਕਰਨ ਵਾਸਤੇ IMF ਦੇ ਕੋਲੋਂ ਤੁਸੀਂ ਤਜਾਵੀਜ਼ ਲੈ ਰਹੇ ਜੇ, ਅਗਰਚੇ ਉਹ ਲਾਜ਼ਮੀ ਨਹੀਂ ਕਿ ਉਹ ਆਪਣੀ ਤਜਵੀਜ਼ ਹੀ ਕਹਿੰਦੇ ਨੇ, ਉਹ ਕਹਿੰਦੇ ਨੇ ਸਾਨੂੰ ਤੁਸੀਂ ਆਪਸ਼ਨ ਦਿਓ। ਅਤੇ ਸਾਡੀ ਇਹੋ ਹੀ ਹੁਕਮਰਾਨ ਅਸ਼ਰਾਫੀਆ ਜਿਹੜੀ ਪੈਸੇ ਬਾਹਰ ਲੈ ਜਾਂਦੀ ਨਾ, ਇਹ ਉਹਨੂੰ ਕਹਿੰਦੀ ਕਿ ਇਹਦੇ 'ਤੇ ਅਗਰ ਤੁਸੀਂ ਕਰ ਦਿਓ ਤਾਂ ਕਹਿੰਦੇ ਠੀਕ ਹੈ। ਬਸ ਉਹਨਾਂ ਨੂੰ ਕੀ ਲੱਗੇ, ਇਹਨਾਂ ਲੋਕਾਂ ਨੇ ਪੈਸੇ ਆਪਣੇ ਬਾਹਰ ਘੱਲ ਦਿੱਤੇ, ਬੱਚੇ ਇਹਨਾਂ ਦੇ ਬਾਹਰ ਰਹਿੰਦੇ ਨੇ, ਬਾਹਰ ਤਾਲੀਮ ਹਾਸਲ ਕਰਦੇ ਨੇ, ਬਾਹਰ ਹੀ ਉਹ ਸੈਟਲ ਹੋ ਜਾਂਦੇ ਨੇ ਸਾਰੇ। ਉਹ ਉਦੋਂ ਪਾਕਿਸਤਾਨ 'ਚ ਆਉਂਦੇ ਨੇ ਜਦੋਂ ਉਹਨਾਂ ਨੇ ਇਲੈਕਸ਼ਨ ਲੜਨਾ ਹੋਵੇ, ਔਰ ਇਲੈਕਸ਼ਨ ਲੜਨ ਤੋਂ ਬਾਅਦ ਉਹਨਾਂ ਨੇ ਹੁਕਮਰਾਨ ਬਣਨਾ ਹੋਵੇ ਸਾਡਾ। ਅਤੇ ਇਹ ਵਾਲੀ ਸੂਰਤ ਹਾਲ ਜਿਹੜੀ ਹੈ ਕਿ ਪਾਕਿਸਤਾਨ ਦਾ ਪੈਸਾ ਬਾਹਰ ਜਾਂਦਾ ਹੈ ਔਰ ਕੋਈ ਚੈੱਕ ਨਹੀਂ ਹੈਗਾ, ਗਰੀਬ ਬੰਦਾ ਕੋਈ ਥੋੜ੍ਹੇ ਜਿਹੇ ਘੱਲੇ ਪੈਸੇ ਅਤੇ ਉਹਦੇ 'ਤੇ ਚੈੱਕ ਆ ਜਾਂਦਾ ਵੇ, ਲੇਕਿਨ ਹੁਕਮਰਾਨ ਅਸ਼ਰਾਫੀਆ ਦੇ ਜਿਹੜੇ ਬਰਾਦਰੀ ਉਹ ਜਿੰਨੇ ਮਰਜ਼ੀ ਪੈਸੇ ਇੱਥੋਂ ਲੈ ਜਾਵੇ ਇਸ ਮੁਲਕ 'ਚੋਂ, ਔਰ ਉਹ ਕਿਵੇਂ ਲੈ ਕੇ ਜਾਵੇ ਇਹਦਾ ਵੀ ਕੋਈ ਪੁੱਛਣ ਵਾਲਾ ਨਹੀਂ ਉਹਨਾਂ ਕੋਲ ਹੈਗਾ। ਅਤੇ ਫਿਰ ਅਸੀਂ ਇਹ ਤੋਕੋ ਕਰੀਏ ਕਿ ਆਪਣੇ ਪੈਸੇ ਬਾਹਰ ਲੈ ਜਾਈਏ ਅਤੇ ਦੂਜਿਆਂ ਨੂੰ ਕਹੀਏ ਕਿ ਜਨਾਬ ਤੁਸੀਂ ਆ ਕੇ ਸਾਡੇ ਮੁਲਕ ਦੇ ਵਿੱਚ ਸਰਮਾਇਆਕਾਰੀ ਕਰੋ। ਅਤੇ ਇਹ ਦੱਸੋ ਗੱਲ ਇਹ ਭਲਾ ਕਿਸੇ ਪਾਸੇ ਲੱਗ ਸਕਦੀ? ਕੋਈ ਸਾਡੀ ਗੱਲ 'ਤੇ ਯਕੀਨ ਕਰੇਗਾ? ਇਹਦੇ ਸਕੈਂਡਲ ਦੇ ਵਿੱਚੋਂ ਮੈਨੂੰ ਕੋਈ ਉਮੀਦ ਨਹੀਂ ਕਿ ਕੁਝ ਨਿਕਲੇ। ਇਸ ਮੁਲਕ ਦੇ ਵਿੱਚ ਬੜੇ ਬੜੇ ਸਕੈਂਡਲ ਆਉਂਦੇ ਨੇ, ਪਿਛਲੇ ਕੁਝ ਸਾਲਾਂ 'ਚ ਤਾਂ ਸਾਡੇ ਵੇਖਦੇ ਹੀ ਆਈਆਂ ਨੇ ਗੱਲਾਂ ਸਾਹਮਣੇ, ਪਰ ਕਦੀ ਕੁਝ ਨਹੀਂ ਬਣਿਆ ਹੁੰਦਾ ਇਹੋ ਹੀ ਆਖਰ 'ਤੇ ਕਿ ਇਲਜ਼ਾਮ ਆ ਜਾਂਦਾ ਕਿ ਜਨਾਬ ਇਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ, ਇਹ ਇੰਟਰਨੈਸ਼ਨਲ ਐਸਟੈਬਲਿਸ਼ਮੈਂਟ ਦੀ ਕੋਈ ਕਾਰਵਾਈ ਸੀ, ਇਹਦੇ ਵਿੱਚ ਨਿਜ਼ਾਮ ਨੂੰ ਖਰਾਬ ਕਰਨ ਵਾਸਤੇ ਹੈਗਾ ਸੀ। ਇਹੋ ਜਿਹੀਆਂ ਕੋਈ ਗੱਲਾਂ ਆ ਜਾਂਦੀਆਂ, ਜਾਂ ਫਿਰ ਇਹ ਆ ਜਾਂਦਾ ਕਿ ਜਨਾਬ ਸਾਡੇ ਜਿਹੜੇ ਮੁਖਾਲਫਿਨ ਨੇ ਨਾ ਸਿਆਸੀ, ਉਹਨਾਂ ਨੇ ਇਹ ਕੰਪੇਨ ਨੂੰ ਫਾਈਨਾਂਸ ਕੀਤਾ ਔਰ ਇਹਦੇ ਉੱਤੇ ਸਜ਼ਾਵਾਂ ਦੇਣਾ ਚਾਹੁੰਦੇ ਨੇ, ਕੋਈ ਇੰਤਕਾਮੀ ਕਾਰਵਾਈ ਕਰਨਾ ਚਾਹੁੰਦੇ ਨੇ ਸਿਆਸੀ। ਇਹੋ ਜਿਹੀਆਂ ਗੱਲਾਂ ਆ ਜਾਂਦੀਆਂ, ਜਿਵੇਂ ਪਨਾਮਾ ਦੀਆਂ ਅਸੀਂ ਵੇਖਿਆ, ਕੁਝ ਨਹੀਂ ਨਿਕਲਿਆ ਵਿੱਚੋਂ, ਇਹੋ ਹੀ ਗੱਲਾਂ ਆ ਗਈਆਂ। ਅਤੇ ਹੁਣ ਵੀ ਬਣਨਾ ਕੁਛ ਨਹੀਂ ਜੇ, ਪਰ ਇੱਕ ਸਵਾਲ ਬੜਾ ਮਜ਼ਬੂਤ ਸਾਡੇ ਸਾਹਮਣੇ ਆ ਗਿਆ, ਉਹ ਇਹ ਵੀ ਕਿ ਸਾਡੀ ਜਿਹੜੀ ਹੁਕਮਰਾਨ ਅਸ਼ਰਾਫੀਆ ਹੈ
ਉਹ ਇਸ ਮੁਲਕ ਤੋਂ ਜ਼ਿਆਦਾ ਉਹ ਆਪਣੀ ਜ਼ਾਤ ਨਾਲ ਵਫਾਦਾਰ ਹੈ ਔਰ ਆਪਣੇ ਮਫਾਦਾਤ ਦੀ ਵਫਾਦਾਰ ਹੈ। ਮੁਲਕ ਨਾਲ ਉਹਨਾਂ ਨੂੰ ਕੁਝ ਨਹੀਂ ਲੱਗਦਾ। ਅਤੇ ਇਸੇ ਵਾਸਤੇ ਜਿੱਥੇ ਉਹਨਾਂ ਦਾ ਦਾਅ ਲੱਗਦਾ ਉਹ ਦਾਅ ਲਾਉਂਦੇ ਨੇ ਅਤੇ ਫਿਰ ਬਹਿ ਕੇ ਇੱਥੇ ਸਾਨੂੰ ਹੁਬਲ ਵਤਨੀ ਦੇ ਭਾਸ਼ਣ ਦਿੰਦੇ ਨੇ ਔਰ ਸਾਨੂੰ ਦੱਸਦੇ ਨੇ ਕਿ ਇਸ ਮੁਲਕ ਦੀ ਤਰੱਕੀ ਵਾਸਤੇ ਅਸੀਂ ਇਹ ਕਰਨ ਡਏ ਹਾਂ ਔਰ ਮਾਸ਼ੀ ਬਿਹਤਰੀ ਆ ਜਾਏਗੀ, ਔਰ ਅਸੀਂ ਅੱਖਾਂ ਬੰਦ ਕਰਨੇ ਅਤੇ ਉਹਨਾਂ ਦੀ ਜਨਾਬ ਗੱਲ ਦੇ ਉੱਤੇ ਯਕੀਨ ਕਰਕੇ ਉਹਨਾਂ ਦੇ ਪਿੱਛੇ ਲੱਗ ਜਾਂਦੇ। ਪਬਲਿਕ ਜਿਹੜੀ ਹਲੇ ਅਸੀਂ ਹੈਗੇ ਹਾਂ ਅਵੇਅਰਨੈਸ ਦੇ ਫੇਜ਼ ਦੇ ਵਿੱਚ। ਇਸ ਤੋਂ ਅਗਲਾ ਫੇਜ਼ ਜਿਹੜਾ ਆਏਗਾ ਨਾ, ਉਹ ਅਵੇਅਰਨੈਸ ਦਾ ਟਰਾਂਸਲੇਸ਼ਨ ਹੋਵੇਗੀ ਪ੍ਰੈਕਟੀਕਲ ਰੈਜ਼ਿਸਟੈਂਸ ਦੇ ਵਿੱਚ, ਔਰ ਉਹ ਜਦੋਂ ਆਏਗੀ ਉਹ ਫੇਜ਼ ਬੜਾ ਖਤਰਨਾਕ ਵੀ ਹੋਏਗਾ। ਅਤੇ ਜਿਹੜੇ ਫੈਸਲਾ ਕਰਨ ਵਾਲੇ ਨੇ, ਜਿਹੜੇ ਦੁਬਈ 'ਚ ਜਾਇਦਾਦਾਂ ਬਣਾਉਣ ਵਾਲੇ ਨੇ, ਜਿਹੜੇ ਲੰਡਨ 'ਚ ਜਾਇਦਾਦਾਂ ਬਣਾਉਣ ਵਾਲੇ ਨੇ, ਉਹਨਾਂ ਨਹੀਂ ਜੇ ਰਹਿਣਾ। ਫਿਰ ਉਹਨਾਂ ਨੂੰ ਇਸ ਮੁਲਕ ਤੋਂ ਜਾਣਾ ਪਏਗਾ, ਉੱਥੇ ਜਿੱਥੇ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ। ਅਤੇ ਜੀਂਦੇ ਰਹੋ, ਵਸਦੇ ਰਹੋ, ਅਤੇ ਅਗਲੇ ਕਿਸ ਵੀ ਲਾਗ ਦੇ ਨਾਲ ਫਿਰ ਹਾਜ਼ਰ ਹੋਵਾਂਗੇ।